ਕਈ ਵੀਰ ਨਗਾਰੇ ਬਾਰੇ ਪੁੱਛਦੇ ਨੇ ਵੀ ਰਣਜੀਤ ਨਗਾਰੇ ਦਾ ਕੀ ਬਣਿਆ, ਉਹਦੀ ਵੀ ਖੋਜ ਜਾਰੀ ਹੈ। ਸਾਡੇ ਕੋਲ 2 ਪਰਮਿਸ਼ਨਾਂ ਆ ਗਈਆਂ ਨੇ। ਇਹ ਪਰਮਿਸ਼ਨ ਨਹੀਂ ਦਿੱਤੀ ਵੀ ਉੱਥੋਂ ਪੱਟੋ। ਮੰਨ ਲਓ ਅਸੀਂ ਬਿਲਡਿੰਗ ਅੱਜ ਅਸੀਂ ਪੱਟਣਾ ਸ਼ੁਰੂ ਕਰਦੇ ਹਾਂ, ਮਸਜਿਦ ਗਿਰ ਜਾਂਦੀ ਆ, ਉਹਦਾ ਕੌਣ ਜ਼ਿੰਮੇਵਾਰ ਹੋਏਗਾ? ਕਿਸੇ ਦੀ ਕੋਠੀ ਦੇ ਥੱਲੇ ਸੁਰੰਗ ਨਿਕਲਦੀਆਂ ਸੁਰੰਗਾਂ ਨੇ, ਕਿਸੇ 2 ਕਰੋੜ ਦੀ ਕੋਠੀ ਢਹਿ ਜਾਂਦੀ ਆ, ਮੈਂ ਪੱਲੋਂ ਕਿੱਥੋਂ ਦੇਵਾਂਗਾ? ਇਸ ਕਰਕੇ ਅਸੀਂ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਅੱਗੇ ਆਵੇ, ਨਿਤਾਰਾ ਕਰੇ। ਅਸੀਂ ਖੜਨ ਨਹੀਂ ਤਿਆਰ ਹਾਂ, ਨਿਤਾਰਾ ਕਰੇ। ਜੇ ਕੁਝ ਉੱਥੇ ਹੈ ਸਾਹਮਣੇ ਆ ਜੇ, ਜੇ ਨਹੀਂ ਹੈ ਤਾਂ ਉਹ ਉਜਾਗਰ ਹੋ ਜੇ ਵੀ ਬਈ ਨਹੀਂ ਰਣਜੀਤ ਨਗਾਰਾ ਇੱਥੇ ਨਹੀਂ, ਕਿਤੇ ਹੋਰ ਲੱਭਣ ਦੀ ਕੋਸ਼ਿਸ਼ ਕਰੀਏ। ਸਾਡੀ ਸਿਰਮੌਰ ਜਥੇਬੰਦੀ ਹੈ ਨਾ SGPC, ਉਹ ਤੁਹਾਡਾ ਸਾਥ ਦੇਵੇ। ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ, ਜਿਹੜਾ ਬਹੁਤ ਵੱਡੀਆਂ ਟੀਮਾਂ ਕਾਰਜ ਕਰਨ ਵਾਲੀਆਂ। ਉੱਥੇ ਭਗਵਾਨ ਸਿੰਘ ਖੋਜੀ ਇਕੱਲਾ ਲੱਗਾ ਹੋਇਆ ਤੇ ਇੱਥੇ ਕੀ SGPC ਦਾ ਤੁਹਾਨੂੰ ਸਾਥ ਪੂਰਨ ਤੌਰ ਤੇ ਹੈ ਜਾਂ ਨਹੀਂ ਹੈ? ਜੇ ਕਮਰੇ ਦੇ ਦੇਣ ਉਹੀ ਚੰਗੀ ਗੱਲ ਹੈ ਜੀ। ਸਾਨੂੰ ਤਾਂ ਕਮਰੇ ਵੀ ਕਿਰਾਏ ਤੇ ਲੈਣੇ ਪੈਂਦੇ ਨੇ, ਕਈ ਵਾਰ ਪੈਸੇ ਜੇਬ 'ਚ ਨਹੀਂ ਹੁੰਦੇ। ਸਿਰਫ ਸਾਨੂੰ ਕਮਰੇ ਹੀ ਦੇ ਦੇਣ, ਹੋਰ ਤਾਂ ਕੁਝ ਭਾਲਦੇ ਨਹੀਂ। ਜੇ ਇਹ ਮਾਣ ਲੈ ਲੈਣ ਵੀ ਖੜ ਜਾਣ ਨਾਲ, ਮਾਣ ਲੈ ਲੈਣ, ਤਾਂ ਇਹ ਮਾਣ ਉਹਨਾਂ ਨੂੰ ਮਿਲ ਜੂਗਾ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤਾਂ ਸਾਡੇ ਵੱਡ ਵਡੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹੇ ਆ, ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਤੇ। ਤੁਹਾਡੇ ਕੇਸ ਨਹੀਂ ਆ ਵੀ ਜੇ ਰੱਖ ਲਓ ਤੇ ਸੰਗਤ ਤੁਹਾਡੇ ਤੇ ਹੋਰ ਖੁਸ਼ ਹੋਵੇਗੀ। ਅੱਜ ਉਹਨਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਪ੍ਰਾਣ ਕਰ ਲਿਆ, ਜਕਾਰਾ ਛੱਡ ਕੇ ਗਿਆ ਮੈਂ ਕੇਸਾਧਾਰੀ ਹੋਵਾਂ। ਬਿਲਕੁਲ ਜੀ। ਉਹਨਾਂ ਦੇ 2 ਬੱਚੇ ਨੇ ਜੀ, ਦੋਨੇ ਕੇਸਾਧਾਰੀ ਨੇ। ਹਾਂਜੀ। ਤੇ ਉਹਨਾਂ ਦੇ ਉੱਤੇ ਇਹੀ ਵੱਡੀ ਬਖਸ਼ਿਸ਼ ਹੋਈ ਹੈ, ਤੁਹਾਡੇ ਰਾਹੀਂ ਹੋਈ ਹੈ ਕਿ ਉਹਨਾਂ ਨੇ ਜਕਾਰਾ ਛੱਡਿਆ। ਬਿਲਕੁਲ ਜੀ। ਹਾਂਜੀ। ਤੁਸੀਂ ਵਿੱਚ ਅਖੰਡ ਬਾਣੀ ਦਾ ਵੀ ਜਿਹੜਾ ਹੈਗਾ ਕਿ ਅਸੀਂ ਕਹਿ ਲਈਏ ਕਿ ਬਹੁਤ ਵੱਡਾ ਯੋਗਦਾਨ ਰਿਹਾ, ਕਿ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਇੱਥੇ ਜਦੋਂ ਪੰਜਾਬ ਦੀ ਧਰਤੀ ਤੇ ਆਏ, ਮਖੂ ਸਾਹਿਬ ਜੀ ਨੇ ਉਹਨੂੰ ਬੜੇ ਪਿਆਰ ਦੇ ਨਾਲ ਗੱਲ ਕੀਤੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕਿ ਅਖੰਡ ਬਾਣੀ ਦਾ ਪੂਰੀ ਟੀਮ ਦਾ ਕਵਾਂਗੇ ਕਿ ਸਾਰੇ ਚੈਨਲ ਦਾ ਧੰਨਵਾਦ ਕਰ ਰਹੇ ਹਾਂ ਅਸੀਂ। ਹਰਪ੍ਰੀਤ ਸਿੰਘ ਆਪਣਾ ਸਾਡੇ ਸੈਣੀ ਵੀਰ ਜੀ ਦਾ ਧੰਨਵਾਦ ਕਰ ਰਹੇ ਹਾਂ ਜੀ, ਕਿ ਇੱਕ ਸਾਡਾ ਕੁਝ ਹਿੱਸਾ ਤਾਂ ਪੈ ਰਿਹਾ ਨਾ। ਇੱਦਾਂ ਉਹ ਦਸਤਾਰ ਤੁਸੀਂ ਵੇਖੀ ਹੈ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਦਾਸ ਨੂੰ ਇਹ ਬਾਂਹ ਫੜ ਕੇ ਲਾਇਆ ਵੀ ਚਲੋ ਦਸਤਾਰ ਲੱਭੀ, ਜ਼ਰੀਆ ਬਣਾਇਆ ਜੀ। ਬਿਲਕੁਲ ਜੀ। ਬੇਨਤੀ ਇਹ ਹੈ ਵੀ ਜਿਹੜੇ ਅਸਥਾਨਾਂ ਤੇ ਤੁਸੀਂ ਖੋਜੀ ਸਾਹਿਬ ਜਾਂਦੇ ਹੋ, ਬਹੁਤ ਸਾਰੇ ਐਸੇ ਸਥਾਨ ਨੇ ਜਿਹੜੇ ਤੁਸੀਂ ਕਹਿ ਲਓ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਪ੍ਰਗਟ ਕਰਕੇ ਆਏ ਹੋ, ਜਨਤਾ ਨੂੰ ਤੁਸੀਂ ਜਨਤਕ ਕਰ ਦਿੱਤੇ ਵੀ ਆ ਗੁਰੂ ਸਾਹਿਬ ਜੀ ਦੇ ਆਹ ਸਥਾਨ ਨੇ, ਆਹ ਨੱਪੇ ਪਏ ਨੇ, ਆਹ ਉੱਪਰ ਉਹਦੇ ਲੋਕਾਂ ਨੇ ਗੰਦਗੀ ਦੇ ਢੇਰ ਲਾ ਦਿੱਤੇ ਆ। ਬਿਲਕੁਲ ਕਿ ਉਸੇ ਪ੍ਰਕਾਰ ਹੀ ਨੇ ਜਾਂ ਉੱਥੋਂ ਦੇ ਕਮੇਟੀਆਂ ਬਣਾ ਦਿੱਤੀਆਂ, ਮੈਂਬਰ ਬਣਾ ਕੇ ਤੇ ਉੱਥੋਂ ਦੀ ਸੇਵਾ ਨਿਰੰਤਰ ਜਾਰੀ ਕਰ ਦਿੱਤੀ, ਸਫਾਈਆਂ ਤੱਕ ਹੋ ਚੁੱਕੀਆਂ? ਬਿਲਕੁਲ। ਜਿਹੜਾ ਖੇਮ ਕਰਨ ਦੇ ਕੋਲ ਸਥਾਨ ਦੇਖਿਆ ਸੀ ਆਪ ਜੀ, ਜਿੱਥੇ ਲੋਕ ਜਾ ਕੇ ਲੈਟਰਿੰਗ ਕਰਦੇ ਸੀਗੇ, ਜਾ ਕੇ ਉਹ ਖੂਹ ਦਾ ਦਿਖਾਈ ਨਹੀਂ ਸੀ ਦਿੰਦਾ, ਲੋਕ ਜਾ ਕੇ ਉੱਥੇ ਗੰਦਗੀ ਕਰਦੇ ਸੀਗੇ। ਅੱਜ ਤੁਸੀਂ ਉੱਥੇ ਜਾ ਕੇ ਵੇਖੋ, ਸਾਡੇ ਵੀਰ ਨੇ ਇੱਕ ਨੇ ਸੇਵਾ ਲਈ, ਕਹਿੰਦਾ ਭਾਈ ਸਾਹਿਬ ਜੀ ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ ਤੇ 2 ਕਮਰੇ ਪੈ ਗਏ ਨੇ ਜੀ ਉੱਥੇ। ਰਸੋਈ ਬਣ ਗਈ ਹੈ ਜੀ, ਮਤਲਬ ਕਿ ਬਾਥਰੂਮ ਬਣ ਗਿਆ ਜੀ। ਇੱਕ ਨਿਹੰਗ ਸਿੰਘ ਉੱਥੇ ਬਿਠਾ ਰਹੇ ਆ ਜੀ ਡਿਊਟੀ ਲਗਾ ਕੇ, ਪੱਕਾ ਵੀ ਗੱਤਕਾ ਸਿਖਾਏਗਾ। ਉਹ ਖੇਮ ਕਰਨ ਵਾਲੀ ਜਗ੍ਹਾ ਸਾਂਭੀ ਗਈ ਹੈ ਜੀ। ਉਸ ਤੋਂ ਬਾਅਦ ਉੜੀਸਾ ਦੇ ਵਿੱਚ ਜਗ੍ਹਾ ਲੱਭੀ ਸੀ ਜਿਹੜੀ ਜੀ, ਜਿੱਥੇ ਅਸੀਂ ਪਹੁੰਚੇ ਸੀ, ਪੂਰਾ ਪਿੰਡ ਨੇ ਸਾਨੂੰ ਮਾਣ ਸਤਿਕਾਰ ਦਿੱਤਾ। ਉਹਦੇ ਵੀ ਉਹ ਇਹ ਗੱਲੋਂ ਡਰਦੇ ਸੀ ਕੋਈ ਸਮਾਨ ਚੱਕ ਕੇ ਨਾ ਲੈ ਜੇ, ਉਹਦੇ ਵੀ ਚਾਰੇ ਪਾਸੇ 4 ਗੇਟ ਲਗਵਾ ਦਿੱਤੇ ਨੇ। ਪਹਿਲੀ ਵਾਰ ਉੜੀਸਾ ਦੇ ਵਿੱਚ ਬੋਰਡ ਦੇ ਉੱਤੇ ਆਪਣਾ ਗੁਰਦੁਆਰਾ ਸਾਹਿਬ ਦਾ ਨਾਮ ਪੰਜਾਬੀ ਵਿੱਚ ਲਿਖਿਆ ਗਿਆ ਜੀ। ਤੇ ਬੜੇ ਐਸੇ ਸਥਾਨ ਨੇ, ਇਹ ਇਕੱਲਾ ਅਸੀਂ ਨਹੀਂ ਕਰ ਸਕਦੇ। ਪਤਾ ਨਹੀਂ ਗੁਰੂ ਸਾਹਿਬ ਕਰਵਾ ਵੀ ਲੈਣ, ਪਰ ਲੋੜ ਹੈ। ਅੱਜ ਬੜੇ ਪਰਿਵਾਰ ਮਿਲੇ ਨੇ ਜੀ ਸਾਡੇ ਤੇ, ਜਦੋਂ ਬਖਸ਼ਿਸ਼ ਹੋਈ ਆ ਮਹਾਰਾਜ ਨੇ, ਬੜੇ ਪਰਿਵਾਰ ਸਾਹਮਣੇ ਆਏ ਖੁੱਲ੍ਹ ਕੇ, ਜਿਹੜੇ ਇਸ ਗੱਲੋਂ ਡਰ ਕੇ ਬੈਠੇ ਸੀ ਵੀ ਜੇ ਅਸੀਂ ਕਿਸੇ ਨੂੰ ਦੱਸਿਆ ਵੀ ਸਾਡੇ ਕੋਲ ਨਿਸ਼ਾਨੀ ਹੈ, ਇਹਨਾਂ ਲੋਕਾਂ ਨੇ ਚੱਕ ਕੇ ਲੈ ਜਾਣੀ ਆ। ਗੁਰਬਾਣੀ ਖੰਡਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸੁਖਵੰਤ ਸਿੰਘ ਮਖੂ ਵੱਲੋਂ ਸਵਾਗਤ ਹੈ। ਦਰਸ਼ਕੋ, ਹਰ ਵਾਰ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਈਦਾ। ਜਿਸ ਸ਼ਖਸੀਅਤ ਨੂੰ ਤੁਹਾਡੀ ਸੇਵਾ ਵਿੱਚ ਹਾਜ਼ਰ ਕੀਤਾ ਹੈ, ਬਹੁਤ ਹੀ ਸਤਿਕਾਰਤ ਹਸਤੀ ਹੈ ਭਾਈ ਭਗਵਾਨ ਸਿੰਘ ਜੀ ਖੋਜੀ, ਜਿਹੜੇ ਵੱਖ-ਵੱਖ ਥਾਵਾਂ ਤੇ ਗੁਰੂ ਸਾਹਿਬ ਜੀ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਜਾ ਕਰਕੇ ਸਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ। ਤੇ ਜਿਹੜੇ ਇਤਿਹਾਸਕ ਗੁਰੂ ਘਰ ਹੁੰਦੇ ਆ, ਕਿਤੇ ਨਾ ਕਿਤੇ ਅਲੋਪ ਹੋ ਚੁੱਕੇ ਹੁੰਦੇ ਆ। ਬਹੁਤ ਸਮੇਂ ਪਹਿਲਾਂ ਗੁਰੂ ਸਾਹਿਬ ਜੀ ਨੇ ਉੱਥੇ ਜਾ ਕਰਕੇ ਚਰਨ ਪਾਏ ਹੁੰਦੇ ਆ ਤੇ ਖੋਜੀ ਸਾਹਿਬ ਉੱਥੇ ਜਾ ਕਰਕੇ ਉੱਥੋਂ ਦਾ ਸਰਵੇ ਕਰਦੇ ਆ, ਉੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਮਿਲਦੇ ਆ, ਇਤਿਹਾਸ ਪੜ੍ਹ ਕੇ ਉੱਥੋਂ ਦੇ ਤੱਥ ਲੱਭ ਕੇ ਤੇ ਉੱਥੋਂ ਪਹੁੰਚ ਕੇ ਤੇ ਉੱਥੋਂ ਦੀ ਕਵਰੇਜ ਕਰਕੇ ਸਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ। ਕਿੰਨੀਆਂ ਕੁ ਇਹਨਾਂ ਦੇ ਜੀਵਨ ਦੇ ਅੰਦਰ ਮੁਸ਼ਕਲਾਂ ਹੁੰਦੀਆਂ ਜਦੋਂ ਇਹ ਖੋਜ ਕਰਨ ਵਾਸਤੇ ਪਹੁੰਚਦੇ ਆ ਤੇ ਕਿੰਨੀਆਂ ਕਠਿਨਾਈਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸਾਰਾ ਕੁਝ ਅਸੀਂ ਜਾਣਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ। ਖੋਜੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜੀ ਸਾਹਿਬ ਜੀ, ਦੁਨੀਆ ਤੁਹਾਨੂੰ ਬਹੁਤ ਸੁਣਦੀ ਹੈ, ਦੇਖਦੀ ਹੈ, ਬਹੁਤ ਤੁਹਾਡਾ ਸਭ ਤੋਂ ਪਹਿਲਾਂ ਤਾਂ ਵਧੀਆ ਉਪਰਾਲਾ ਹੈ। ਸੰਗਤਾਂ ਨੂੰ ਉਹਨਾਂ ਸਥਾਨਾਂ ਦੇ ਤੁਸੀਂ ਦਰਸ਼ਨ ਕਰਵਾ ਰਹੇ ਹੋ ਜਿਨ੍ਹਾਂ ਦਾ ਕਦੀ ਨਾਮ ਹੀ ਨਹੀਂ ਸੁਣਿਆ ਹੁੰਦਾ। ਬਿਲਕੁਲ ਜੀ। ਦੇਖੋ, ਇਹ ਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕਰਨ ਵਾਲੇ ਨੇ।
ਆਪਾਂ ਤਾਂ ਇੰਨਾ ਕਹਿ ਸਕਦੇ ਹਾਂ ਇੱਕ ਸ਼ਬਦ ਦੇ ਵਿੱਚ ਕਿ ਹਉ ਮੂਰਖ ਕਾਰੇ ਲਾਇਆ। ਗੁਰੂ ਸਾਹਿਬ ਕਿਸੇ ਨੂੰ ਬਾਂਹ ਪਕੜ ਕੇ ਕਾਰੇ ਲਾ ਦਿੰਦੇ ਨੇ ਜੀ। ਤੇ ਜਿਸ ਦਿਨ ਤੋਂ ਗੁਰੂ ਸਾਹਿਬ ਨੇ ਕਾਰੇ ਲਾਇਆ ਤੇ ਸਾਨੂੰ ਇਹ ਲੱਗਦਾ ਕਿ ਅਸੀਂ ਇਕੱਲੇ ਨਹੀਂ ਹੈ, ਸਾਡੇ ਨਾਲ ਗੁਰੂ ਸਾਹਿਬ ਜੀ ਹਮੇਸ਼ਾ ਆਪ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਰਹੇ ਨੇ ਜੀ। ਬਿਲਕੁਲ ਸੇਵਾ ਲੈ ਰਿਹਾ। ਅੱਜ ਤੁਹਾਡੀ ਸੇਵਾ ਦੀ ਬਦੌਲਤ ਮੈਂ ਕਹਿੰਦਾ ਵੀ ਭਾਈ ਦਿਆਲਾ ਜੀ ਦਾ ਪਰਿਵਾਰ ਇੱਥੇ ਸਨਮਾਨਿਤ ਕੀਤਾ ਗਿਆ ਹੈ ਭਾਈ ਮਰਦਾਨਾ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ। ਹੋਰ ਅਨੇਕਾਂ ਜਿਹੜੇ ਪਰਿਵਾਰ ਨੇ ਇੱਥੇ ਸਨਮਾਨਿਤ ਕੀਤੇ ਗਏ ਨੇ, ਇਸ ਕਰਕੇ ਵੀ ਤੁਸੀਂ ਉਹਨਾਂ ਪਰਿਵਾਰਾਂ ਨੂੰ ਅੱਗੇ ਲੈ ਕੇ ਆਏ ਹੋ। ਤੁਸੀਂ ਇਹ ਜਦੋਂ ਅਸਥਾਨ ਲੱਭਣ ਵਾਸਤੇ ਜਾਂਦੇ ਹੋ ਜਾਂ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਵਾਸਤੇ ਤੇ ਸੰਗਤਾਂ ਨੂੰ ਕਰਵਾਉਣ ਵਾਸਤੇ ਜਾਂਦੇ ਹੋ, ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਪਹਾੜਾਂ ਦੇ ਵਿੱਚ ਜਾਂਦੇ ਹੋ? ਬਿਲਕੁਲ ਜੀ, ਦਿੱਕਤਾਂ ਕਿਉਂ ਨਹੀਂ ਸਾਹਮਣੇ ਆਉਂਦੀਆਂ, ਦਿੱਕਤਾਂ ਬਹੁਤ ਆਉਂਦੀਆਂ ਨੇ। ਈਵਨ ਇੱਥੇ ਤੱਕ ਦਿੱਕਤਾਂ ਆਈਆਂ ਵੀ, ਜਿਵੇਂ ਅਸੀਂ ਰਾਤ ਨੂੰ ਗੱਡੀ ਲੈ ਕੇ ਜਾ ਰਹੇ ਹਾਂ, ਜਾਣਾ ਜੰਗਲ ਦਾ ਰਸਤਾ, ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਲੇਕਿਨ ਅਸੀਂ ਘਬਰਾਏ ਹੀ ਨਹੀਂ ਕਦੇ। ਹਾਂ, ਘਬਰਾਏ ਤਾਂ ਨਹੀਂ ਕਿ ਉਹ ਪੈਂਚਰ ਹੋਣਾ ਵੀ ਸਾਡੇ ਲਈ ਬਹੁਤ ਵਧੀਆ ਸਾਬਤ ਹੋਇਆ। ਜੇ ਗੱਡੀ ਦਾ ਪੈਂਚਰ ਨਾ ਹੁੰਦਾ ਤਾਂ ਸਾਨੂੰ ਇੱਕ ਪਰਿਵਾਰ ਨਾ ਲੱਭਦਾ। ਜੇ ਸਾਡਾ ਕਿਤੇ ਸਮਾਨ ਨਾ ਭੁੱਲਦਾ ਤਾਂ ਅਸੀਂ ਜਾਂਦੇ ਜਾਂਦੇ ਉਸ ਪਰਿਵਾਰ ਕੋਲ ਨਿਸ਼ਾਨੀ ਤੇ ਕੋਲ ਨਾ ਪਹੁੰਚਦੇ। ਇਦਾਂ ਦੀ ਇੱਕ ਗੱਲਾਂ ਨਹੀਂ ਹੋਈਆਂ, ਇਦਾਂ ਦੀਆਂ ਕਈ ਗੱਲਾਂ ਹੋਈਆਂ ਨੇ। ਕਰਦੇ ਹੋ ਘਟਨਾ ਸਾਂਝੀ? ਬਹੁਤ ਗੱਲਾਂ ਹੋਈਆਂ ਨੇ ਜੀ। ਪਰਿਵਾਰ ਦੇ ਨਾਲ ਮਿਲਾਪ ਹੁੰਦਾ ਹੈ, ਕਿਵੇਂ ਤੁਸੀਂ ਕੋਈ ਚੀਜ਼ ਭੁੱਲੇ ਹੋ ਲੈਣ ਵਾਸਤੇ ਗਏ, ਕਿਵੇਂ ਪਰਿਵਾਰ ਦੇ ਨਾਲ ਮਿਲਾਪ ਹੁੰਦਾ ਹੈ? ਵੀ ਜੀ ਬਹੁਤ ਐਸੀ ਯਾਦਾਂ ਜੁੜੀਆਂ ਹੋਈਆਂ ਨੇ ਜੀਵਨ ਦੇ ਨਾਲ। ਅਸੀਂ ਮੰਨ ਲਓ ਅਸੀਂ ਕਿਸੇ ਇੱਕ ਜਗ੍ਹਾ ਤੇ ਗਏ ਜੀ, ਰਾਜਸਥਾਨ ਦੇ ਵਿੱਚ ਕੋਟੇ ਤੋਂ ਅਸੀਂ ਅੱਗੇ ਚਿਤੌੜਗੜ੍ਹ ਨੂੰ ਜਾਣਾ ਸੀਗਾ। ਉੱਥੇ ਇੱਕ ਰਾਵਤ ਭਾਟਾ ਨਾਮ ਦੀ ਜਗ੍ਹਾ ਪੈਂਦੀ ਹੈ ਜੀ। ਉਸ ਤੋਂ ਲੰਘਦੇ ਹੋਏ ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ, ਸਾਡੀ ਗੱਡੀ ਦਾ ਇਹ ਕਹਿ ਲਈਏ ਕਿ ਇੰਜਨ ਬਿਲਕੁਲ ਹੀ ਬੰਦ ਹੋ ਗਿਆ, ਨਾ ਗੱਡੀ ਅੱਗੇ ਜਾਵੇ ਨਾ ਗੱਡੀ ਪਿੱਛੇ ਜਾਵੇ। ਇੰਜਨ ਸੀਜ਼ ਹੋ ਗਿਆ ਜੀ, ਇੰਜਨ ਬਿਲਕੁਲ, ਇੰਜਨ ਖੁਲਾਇਆ ਸੀ ਜਾ ਕੇ, ਬਾਅਦ ਵਿੱਚ ਅਸੀਂ ਇੰਜਨ ਸੀਜ਼ ਹੋ ਗਿਆ। ਲੇਕਿਨ ਅਸੀਂ ਦੁਖੀ ਨਹੀਂ ਹੋਏ ਵੀ ਕੋਈ ਤਾਂ ਕਾਰਨ ਹੈ, ਕੋਈ ਤਾਂ ਕਾਰਨ ਹੈ। ਲੇਕਿਨ ਜਦੋਂ ਕੁਝ ਦੇਰ ਰੁਕ ਕੇ ਵੀ ਚਲੋ ਪੈਦਲ ਚੱਲਦੇ ਆ, ਥੋੜੀ ਦੂਰ ਤੱਕ ਡਰਾਈਵਰ ਨੂੰ ਉੱਥੇ ਬਿਠਾਉਂਦੇ ਆ ਤੇ ਕੋਈ ਮਕੈਨਿਕ ਲੱਭਦੇ ਆ, ਅੱਗੋਂ ਗੁਰਸਿੱਖ ਪਰਿਵਾਰ ਸਾਨੂੰ ਮਿਲਦੇ ਨੇ। ਅਸੀਂ ਪੁੱਛਿਆ ਜੀ, ਉਹ ਸਾਨੂੰ ਦੇਖ ਕੇ ਬੜਾ ਖੁਸ਼ ਹੋਏ, ਕਹਿੰਦੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ, ਅਸੀਂ ਚੱਲੇ ਸੀ ਕੋਟਾ ਤੇ ਕਿਸੇ ਰਾਗੀ ਜਥਾ ਨੂੰ, ਕਥਾਵਾਚਕ ਨੂੰ ਪ੍ਰਬੰਧ ਕਰਨ ਵਾਸਤੇ। ਅੱਛਾ ਜੀ। ਕਿ ਭਾਈ ਸਾਹਿਬ ਜੀ ਤੁਸੀਂ ਕਿੱਥੋਂ? ਅਸੀਂ ਦੱਸਿਆ ਇੱਦਾਂ ਇਤਿਹਾਸ ਦੀ ਖੋਜ ਵਿੱਚ ਹੀ ਨਿਕਲੇ ਆ, ਕਥਾ ਕਰ ਲੈਂਦੇ ਅਸੀਂ, ਕਰ ਲੈਂਦੇ ਆ ਜੀ। ਤੇ ਉੱਥੋਂ ਇੱਕ ਨਹੀਂ ਸਾਨੂੰ 2 ਗੱਡੀਆਂ ਭੇਜੀਆਂ ਗਈਆਂ। ਇੱਕ ਦਿਨ ਨਹੀਂ ਰੁਕਣਾ ਸੀ, ਇੱਕ ਦਿਨ ਨਹੀਂ ਸੀ, 3 ਦਿਨ ਗੱਡੀ ਜਦ ਤੱਕ ਬਣੀ ਨਹੀਂ। 3 ਦਿਨ ਮੇਰੇ ਹਿਸਾਬ ਨਾਲ ਕਈ ਸਾਲਾਂ ਬਾਅਦ ਉਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਹੋਇਆ ਤੇ ਅਸੀਂ ਗੁਰਸਿੱਖ ਪਰਿਵਾਰਾਂ ਨੂੰ ਮਿਲੇ। ਇੱਦਾਂ ਬਹੁਤ ਘਟਨਾਵਾਂ ਜੁੜੀਆਂ ਹੋਈਆਂ ਨੇ। ਮੁਸ਼ਕਲਾਂ ਤਾਂ ਚਲੋ ਜਿਹੜੇ ਮੁਸ਼ਕਲਾਂ ਬਣਦੀਆਂ ਨੇ, ਇੱਕ ਸ਼ਬਦ ਬਾਣੀ ਦਾ ਹੈ ਹੀ ਹੈ, ਜਾਕੋ ਮੁਸ਼ਕਲਾਤ ਬਣੈ ਢੋਈ ਕੇ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮਤਾ ਲੱਗੇ ਨਾ ਤੱਤੀ। ਵਾਓ, ਇਹ ਹਕੀਕਤ ਹੈ ਜੀ। ਜਦੋਂ ਚੱਲਦੇ ਆ ਤੇ ਮੁਸ਼ਕਲਾਂ ਗੁਰੂ ਸਾਹਿਬ ਜੀ ਆਪੇ ਹੱਲ ਕਰਦੇ ਨੇ, ਕਿਉਂਕਿ ਤੋਰਨ ਵਾਲੇ ਉਹ ਨੇ। ਜੇ ਕਹੀਏ ਮੈਂ ਚੱਲਦਾ, ਮੈਂ ਨਿਸ਼ਾਨੀ ਲੱਭਣ ਚੱਲਦਾ, ਤਾਂ ਕਦੇ ਹੋ ਹੀ ਨਹੀਂ ਸਕਦਾ। ਹੁਣ ਹੁੰਦਾ ਕੀ ਹੈ, ਭਾਈ ਦਿਆਲਾ ਜੀ ਦੇ ਪਰਿਵਾਰ ਨੂੰ ਮਿਲਦੇ ਹਾਂ ਅਸੀਂ ਜਾ ਕੇ। ਅੱਜ ਭਾਈ ਦਿਆਲਾ ਜੀ ਦਾ ਪਰਿਵਾਰ ਆਇਆ, ਬਿਲਕੁਲ ਜੀ, ਤੇ ਭਾਈ ਦਿਆਲਾ ਜੀ ਦੇ ਪਰਿਵਾਰ ਨੂੰ ਦਿੱਲੀ ਤੱਕ ਲੈ ਕੇ ਗਏ। ਹੁਣ ਇੱਕ ਗੱਲ ਚੱਲਦੀ ਹੈ ਵੀ ਤੁਹਾਡੇ ਕੋਲ ਜੇ ਉਦੋਂ 1947 ਤੋਂ ਤੁਸੀਂ ਆਏ ਤੇ ਤੁਹਾਡੇ ਕੋਲ ਕੁਝ ਤਾਂ ਜੇ ਕੋਈ ਪੁੱਛੇ ਨਿਸ਼ਾਨੀਆਂ, ਕਹਿੰਦੇ ਨਿਸ਼ਾਨੀਆਂ ਬੜਾ ਕੁਝ ਸੀਆਂ, ਲੇਕਿਨ ਪਰਿਵਾਰ ਖੇਰੂ ਹੋ ਗਿਆ। ਉਦੋਂ ਵਿੱਚ ਸਾਡੇ ਕੋਲ ਇੱਕ ਨਿਸ਼ਾਨੀ ਸੀ, ਜਦੋਂ ਸਾਡੇ ਪੁਰਖਿਆਂ ਨੇ ਆਨੰਦਪੁਰ ਸਾਹਿਬ ਛੱਡਿਆ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਦਸਤਾਰ ਕਹਿ ਲਈਏ, ਕਮਰ ਕਸਾ ਕਹਿ ਲਈਏ, ਉਹ ਸਾਨੂੰ ਬਖਸ਼ਿਸ਼ ਕੀਤਾ ਸੀਗਾ। ਤੇ ਉਹ ਅਸੀਂ ਪਾਕਿਸਤਾਨ ਦੇ ਵਿੱਚ ਸਾਡੇ ਕੋਲ ਹੁੰਦਾ ਸੀ, ਇੱਕ ਪਰਿਵਾਰ ਦੇ ਕੋਲ ਉਹ ਵੀ ਸੀ, ਲੇਕਿਨ ਹੁਣ 74 ਸਾਲ ਹੋ ਗਏ, ਸਾਨੂੰ ਉਹ ਪਤਾ ਨਹੀਂ ਹੈ ਕਿੱਥੇ ਆ। ਅੱਛਾ। ਤੇ ਇਹ ਗੱਲ ਚੱਲੀ ਤੇ ਭਾਈ ਦਿਆਲਾ ਜੀ ਦੇ ਪਰਿਵਾਰ ਵੱਲੋਂ, ਭਾਈ ਮਨਜੀਤ ਸਿੰਘ ਜੀ ਵੱਲੋਂ, ਜਿਹੜੇ ਕਠੂਆ 'ਚ ਰਹਿੰਦੇ ਨੇ, ਉਹਨਾਂ ਵੱਲੋਂ ਵੀ ਇਹ ਗੱਲ ਹੋਈ ਤੇ ਹੌਲੀ ਹੌਲੀ ਪਤਾ ਲੱਗਿਆ ਕਿ ਇਹ ਅਲਵਰ ਤੋਂ ਫਰੀਦਾਬਾਦ ਚਲੀ ਗਈ ਇਹ ਚੀਜ਼। ਹੁਣ ਫਰੀਦਾਬਾਦ ਘੱਟੋ ਘੱਟ ਮੈਨੂੰ 7 ਤੋਂ 8 ਸਾਲ ਹੋ ਗਏ ਜਾਂਦਿਆਂ ਨੂੰ, ਤੇ ਸਾਰੀ ਸੰਗਤਾਂ ਨੂੰ ਜਾਣਦੇ ਆ, ਪਰ ਫਰੀਦਾਬਾਦ ਵਿੱਚ ਕਿਸੇ ਦੇ ਮੁੱਖ ਚੋਂ ਨਹੀਂ ਸੁਣਿਆ। ਉੱਥੇ ਹੀ ਫਰੀਦਾਬਾਦ ਵਿੱਚ ਭਾਈ ਪਰਮਜੀਤ ਸਿੰਘ ਜੀ ਨੇ, ਉਹ ਇੱਕ ਛੋਟੀ ਸੰਸਥਾ ਚਲਾ ਰਹੇ ਨੇ, ਬਹੁਤ ਵਧੀਆ ਪ੍ਰਚਾਰ ਕਰ ਰਹੇ ਨੇ। ਉਹਨਾਂ ਨਾਲ ਮੈਂ ਕੰਟੈਕਟ ਕੀਤਾ ਵੀ ਸਾਨੂੰ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋਈ ਨਿਸ਼ਾਨੀ ਫਰੀਦਾਬਾਦ ਵਿੱਚ ਹੈ। ਉਹ ਕਹਿੰਦੇ ਹੋ ਹੀ ਨਹੀਂ ਸਕਦਾ ਫਰੀਦਾਬਾਦ ਵਿੱਚ ਕੋਈ ਨਿਸ਼ਾਨੀ ਹੋਵੇ, ਅਸੀਂ ਇੱਥੇ ਜੰਮੇ ਪਲੇ ਆ, ਸਾਨੂੰ ਇਹ ਨਾ 125 ਗੁਰਦੁਆਰੇ ਨੇ, ਕਿਸੇ ਗੁਰਦੁਆਰੇ ਵਿੱਚ ਨਿਸ਼ਾਨੀ ਨਹੀਂ। ਅਸੀਂ ਕਿਹਾ ਹੈ ਜ਼ਰੂਰ। ਤੇ ਫਿਰ ਪਤਾ ਕੀਤਾ ਕਿ ਸਤਨਾਮ ਸਿੰਘ ਜੀ ਮੰਗਲ, ਤੁਸੀਂ ਉਹ ਪਰਿਵਾਰ ਨੂੰ ਜਾਣਦੇ ਹੋ? ਕਹਿੰਦੇ ਉਹ ਤਾਂ ਇੱਥੇ ਦਾ ਬੜਾ ਫਰੀਦਾਬਾਦ ਦਾ ਮੰਨਿਆ ਹੋਇਆ ਪਰਿਵਾਰ ਹੈ। ਤੇ ਉਹ ਜਿਹੜਾ ਫਰੀਦਾਬਾਦ ਦਾ ਮੰਨਿਆ ਹੋਇਆ ਪਰਿਵਾਰ ਹੈ, ਪੂਰੇ ਫਰੀਦਾਬਾਦ ਵਿੱਚ ਇੱਕ ਅਸਰ ਰਸੂਖ ਰੱਖਦਾ।
ਅਸੀਂ ਕਿਹਾ ਤੁਸੀਂ ਇਦਾਂ ਕਰੋ, ਦੱਸਣਾ ਨਹੀਂ ਉਹਨਾਂ ਨੂੰ, ਉਹਨਾਂ ਦੇ ਘਰ ਜਾਓ, ਉਹਨਾਂ ਨੂੰ ਇਹ ਜਾ ਕੇ ਕਹੋ ਵੀ ਤੁਹਾਡੇ ਕੋਲ ਕੋਈ ਬਖਸ਼ਿਸ਼ ਹੈ ਵੀ ਅਸੀਂ ਦਰਸ਼ਨ ਕਰਨ ਆਇਆ। ਤੇ ਜਦੋਂ ਸਾਡੇ ਫਰੀਦਾਬਾਦ ਤੋਂ ਵੀਰ ਉਹਨਾਂ ਦੇ ਘਰ ਜਾਂਦੇ ਨੇ, ਉਹ ਇੱਕਦਮ ਹੈਰਾਨ ਰਹਿ ਜਾਂਦੇ ਵੀ ਤੁਹਾਨੂੰ ਕਿਵੇਂ ਪਤਾ। ਅੱਛਾ। ਤੇ ਆਖਰਕਾਰ ਉਹਨਾਂ ਨੂੰ ਉਹ ਦਸਤਾਰ ਦਿਖਾ ਦਿੰਦੇ ਨੇ ਵੀ ਸਾਡੇ ਕੋਲ ਇਹ ਦੁਪੱਟਾ ਸਾਹਿਬ, ਇਹਨੂੰ ਦਸਤਾਰ ਕਹਿੰਦੇ ਆ, ਵੀ ਇਹ ਸਾਡੇ ਦਾਦੇ ਪੜਦਾਦਿਆਂ ਦੀ ਦਿੱਤੀ ਹੋਈ ਹੈ। ਪਰ ਸਾਡੇ ਦਾਦੇ ਪੜਦਾਦਿਆਂ ਨੇ ਇੱਕ ਮਨਾ ਕੀਤਾ ਸੀਗਾ ਵੀ ਨਾ ਕਿਸੇ ਨੂੰ ਦੱਸਣਾ ਤੇ ਨਾ ਕਿਸੇ ਨੂੰ ਇੱਥੋਂ ਘਰੋਂ ਲੈ ਕੇ ਜਾਣ ਦੇਣਾ। ਤੇ ਇਸ ਕਰਕੇ ਸਾਡੇ ਪਰਿਵਾਰ ਨੂੰ ਤਾਂ ਪਤਾ, ਕਿਸੇ ਹੋਰ ਨੂੰ ਨਹੀਂ ਇਸ ਚੀਜ਼ ਦਾ ਪਤਾ। 70 ਸਾਲਾਂ ਤੋਂ ਫਰੀਦਾਬਾਦ ਵਿੱਚ ਇਹ ਚੀਜ਼ ਪਈ ਹੈ। ਈਵਨ ਇੱਥੇ ਤੱਕ ਸਾਡੇ ਨਾਲ ਗੁਆਂਢੀ ਰੋਟੀ ਖਾਂਦੇ ਨੇ, ਉਹਨਾਂ ਤੱਕ ਵੀ ਇਹ ਚੀਜ਼ ਨਹੀਂ ਪਤਾ। ਤੁਹਾਨੂੰ ਕਿਵੇਂ ਪਤਾ ਲੱਗੀ ਹੈ? ਅਸੀਂ ਫੇਰ ਚਲੋ ਇੱਥੋਂ ਭਾਈ ਦਿਆਲਾ ਜੀ ਦੇ ਪਰਿਵਾਰ ਵੱਲੋਂ ਵੀ ਪੁੱਛੀਆਂ ਰਿਸ਼ਤੇਦਾਰੀਆਂ ਤੁਹਾਡੀਆਂ ਕਿੱਥੇ ਕਿੱਥੇ ਨੇ। ਉਹ ਰਿਸ਼ਤੇਦਾਰੀਆਂ ਚਾਚੀਆਂ, ਮਾਸੀਆਂ, ਭੂਆ ਜਦੋਂ ਨਿਕਲੀਆਂ ਤੇ ਕਿੱਥੇ ਜਾ ਕੇ ਨਿਕਲਿਆ, ਭਾਈ ਦਿਆਲਾ ਜੀ ਦੇ ਵੰਸ਼ਜ ਨਿਕਲੇ। ਉਹ ਕਹਿੰਦੇ, ਸਾਨੂੰ ਖੁਦ ਕਹਿੰਦੇ ਸੀਗੇ ਵੀ ਤੁਸੀਂ ਗੁਰੂ ਸਾਹਿਬ ਜੀ ਦਾ ਪਰਿਵਾਰ ਹੋ, ਤੁਹਾਡੇ ਕੋਲ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਹੈ। ਲੇਕਿਨ ਖੁਦ ਹੈਰਾਨ ਸੀ। ਅੱਜ ਤੋਂ 10 ਦਿਨ ਪਹਿਲਾਂ ਜਦੋਂ ਪਤਾ ਲੱਗਿਆ, ਸਾਨੂੰ ਫੋਟੋਆਂ ਭੇਜੀਆਂ, ਮੈਂ ਭਾਈ ਦਿਆਲਾ ਜੀ ਦੇ ਪਰਿਵਾਰ ਨੂੰ ਭੇਜੀਆਂ, ਅਸੀਂ ਬੱਸ ਭਰ ਕੇ ਗਏ ਪੂਰੇ ਫਰੀਦਾਬਾਦ ਵਿੱਚ। ਅੱਜ ਉਹ ਨਿਸ਼ਾਨੀ ਇੱਥੇ ਵੀ ਆਈ ਹੋਈ ਹੈ। ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਸੀਚੇਵਾਲ ਹੋਈ ਹੈ। ਹਾਂਜੀ, ਇੱਕ ਮੈਂ ਤੁਹਾਨੂੰ ਖੋਜੀ ਸਾਹਿਬ ਹੋਰ ਦੱਸ ਦਿਆਂ, ਕੀ ਨਾਮ ਸੀ ਵੀਰ ਦਾ? ਸਤਨਾਮ ਸਿੰਘ। ਸਤਨਾਮ ਸਿੰਘ ਜੀ ਮੰਗਲ, ਜਿਨ੍ਹਾਂ ਦੀ ਦਾੜੀ ਕਤਰੀ। ਅਸੀਂ ਉਹਨਾਂ ਦੀ ਅੱਜ ਇੰਟਰਵਿਊ ਕੀਤੀ ਹੈ। ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਦਾ ਸਦਕਾ, ਮੈਂ ਕਿਹਾ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤਾਂ ਸਾਡੇ ਵੱਡ ਵਡੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਹੇ ਆ, ਸ਼ਹੀਦੀਆਂ ਦਿੱਤੀਆਂ ਨੇ ਉਹਨਾਂ, ਤੇ ਤੁਹਾਡੇ ਕੇਸ ਨਹੀਂ ਆ ਵੀ ਜੇ ਰੱਖ ਲਓ ਤੇ ਸੰਗਤ ਤੁਹਾਡੇ ਤੇ ਹੋਰ ਖੁਸ਼ ਹੋਵੇਗੀ। ਅੱਜ ਉਹਨਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਪ੍ਰਾਣ ਕਰ ਲਿਆ, ਜਕਾਰਾ ਛੱਡ ਕੇ ਗਿਆ, ਮੈਂ ਕੇਸਾਧਾਰੀ ਹੋਵਾਂ। ਬਿਲਕੁਲ 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 ਜੀ। ਉਹਨਾਂ ਦੇ 2 ਬੱਚੇ ਨੇ ਜੀ, ਦੋਨੇ ਕੇਸਾਧਾਰੀ ਨੇ। ਹਾਂਜੀ। ਤੇ ਉਹਨਾਂ ਦੇ ਉੱਤੇ ਇਹੀ ਵੱਡੀ ਬਖਸ਼ਿਸ਼ ਹੋਈ ਹੈ, ਤੁਹਾਡੇ ਰਾਹੀਂ ਹੋਈ ਹੈ ਕਿ ਉਹਨਾਂ ਨੇ ਜਕਾਰਾ ਛੱਡਿਆ। ਬਿਲਕੁਲ ਜੀ। ਹਾਂਜੀ, ਤੁਸੀਂ ਵਿੱਚ ਅਖੰਡ ਬਾਣੀ ਦਾ ਵੀ ਜਿਹੜਾ ਹੈਗਾ ਕਿ ਅਸੀਂ ਕਹਿ ਲਈ ਕਿ ਬਹੁਤ ਵੱਡਾ ਯੋਗਦਾਨ ਰਿਹਾ, ਕਿ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਇੱਥੇ ਜਦੋਂ ਪੰਜਾਬ ਦੀ ਧਰਤੀ ਤੇ ਆਏ, ਮਖੂ ਸਾਹਿਬ ਜੀ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਗੱਲ ਕੀਤੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕਿ ਅਖੰਡ ਬਾਣੀ ਦਾ ਪੂਰੀ ਟੀਮ ਦਾ ਕਵਾਂਗੇ ਕਿ ਸਾਰੇ ਚੈਨਲ ਦਾ ਧੰਨਵਾਦ ਕਰ ਰਹੇ ਹਾਂ ਅਸੀਂ, ਹਰਪ੍ਰੀਤ ਸਿੰਘ ਆਪਣਾ ਸਾਡੇ ਸੈਣੀ ਵੀਰ ਜੀ ਦਾ ਧੰਨਵਾਦ ਕਰ ਰਹੇ ਹਾਂ ਜੀ, ਕਿ ਇੱਕ ਸਾਡਾ ਕੁਝ ਹਿੱਸਾ ਤਾਂ ਪੈ ਰਿਹਾ ਨਾ। ਇੱਦਾਂ ਉਹ ਦਸਤਾਰ ਤੁਸੀਂ ਵੇਖੀ ਹੈ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਦਾਸ ਨੂੰ ਇਹ ਬਾਹ ਫੜ ਕੇ ਲਾਇਆ ਵੀ ਚਲੋ ਦਸਤਾਰ ਲੱਭੀ ਹੈ, ਜ਼ਰੀਆ ਬਣਾਇਆ ਤਾਂ ਜ਼ਰੀਆ ਬਣਾਇਆ ਜੀ। ਬਿਲਕੁਲ ਜੀ। ਬੇਨਤੀ ਇਹ ਹੈ ਵੀ ਜਿਹੜੇ ਅਸਥਾਨਾਂ ਤੇ ਤੁਸੀਂ ਖੋਜੀ ਸਾਹਿਬ ਜਾਂਦੇ ਹੋ, ਬਹੁਤ ਸਾਰੇ ਐਸੇ ਸਥਾਨ ਨੇ ਜਿਹੜੇ ਤੁਸੀਂ ਕਹਿ ਲਓ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਪ੍ਰਗਟ ਕਰਕੇ ਆਏ ਹੋ, ਜਨਤਾ ਨੂੰ ਤੁਸੀਂ ਜਨਤਕ ਕਰ ਦਿੱਤੇ ਵੀ ਆ ਗੁਰੂ ਸਾਹਿਬ ਜੀ ਦੇ ਆ ਸਥਾਨ ਨੇ, ਆ ਨੱਪੇ ਪਏ ਨੇ, ਆ ਉੱਪਰ ਉਹਦੇ ਲੋਕਾਂ ਨੇ ਗੰਦਗੀ ਦੇ ਢੇਰ ਲਾ ਦਿੱਤੇ ਆ। ਬਿਲਕੁਲ ਬਿਲਕੁਲ। ਕਿ ਉਸੇ ਪ੍ਰਕਾਰ ਹੀ ਨੇ ਜਾਂ ਉੱਥੋਂ ਦੇ ਕਮੇਟੀਆਂ ਬਣਾ ਦਿੱਤੀਆਂ, ਮੈਂਬਰ ਬਣਾ ਕੇ ਤੇ ਉੱਥੋਂ ਦੀ ਸੇਵਾ ਨਿਰੰਤਰ ਜਾਰੀ ਕਰ ਦਿੱਤੀ, ਸਫਾਈਆਂ ਤੱਕ ਹੋ ਚੁੱਕੀਆਂ? ਬਿਲਕੁਲ ਬਿਲਕੁਲ। ਜਿਹੜਾ ਖੇਮ ਕਰਨ ਦੇ ਕੋਲ ਸਥਾਨ ਦੇਖਿਆ ਸੀ ਆਪ ਜੀ, ਜਿੱਥੇ ਲੋਕ ਜਾ ਕੇ ਲੈਟਰਿੰਗ ਕਰਦੇ ਸੀਗੇ, ਜਾ ਕੇ ਉਹ ਖੂਹ ਦਾ ਦਿਖਾਈ ਨਹੀਂ ਸੀ ਦਿੰਦਾ, ਲੋਕ ਜਾ ਕੇ ਉੱਥੇ ਗੰਦਗੀ ਕਰਦੇ ਸੀਗੇ। ਅੱਜ ਤੁਸੀਂ ਉੱਥੇ ਜਾ ਕੇ ਵੇਖੋ, ਸਾਡੇ ਵੀਰ ਨੇ ਇੱਕ ਨੇ ਸੇਵਾ ਲਈ, ਕਹਿੰਦਾ ਭਾਈ ਸਾਹਿਬ ਜੀ ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ, ਤੇ 2 ਕਮਰੇ ਪੈ ਗਏ ਨੇ ਜੀ ਉੱਥੇ। ਵਾਹ ਵਾਹ। ਰਸੋਈ ਬਣ ਗਈ ਹੈ ਜੀ, ਮਤਲਬ ਕਿ ਬਾਥਰੂਮ ਬਣ ਗਿਆ ਜੀ। ਇੱਕ ਨਿਹੰਗ ਸਿੰਘ ਉੱਥੇ ਬਿਠਾ ਰਹੇ ਆ ਜੀ, ਡਿਊਟੀ ਲਗਾ ਕੇ ਪੱਕਾ, ਵੀ ਗੱਤਕਾ ਸਿਖਾਏਗਾ। ਉਹ ਖੇਮ ਕਰਨ ਵਾਲੀ ਜਗ੍ਹਾ ਸਾਂਭੀ ਗਈ ਹੈ ਜੀ। ਉਸ ਤੋਂ ਬਾਅਦ ਉੜੀਸਾ ਦੇ ਵਿੱਚ ਜਗ੍ਹਾ ਲੱਭੀ ਸੀ ਜਿਹੜੀ ਜੀ, ਜਿੱਥੇ ਅਸੀਂ ਪਹੁੰਚੇ ਸੀ, ਪੂਰਾ ਪਿੰਡ ਨੇ ਸਾਨੂੰ ਮਾਣ ਸਤਿਕਾਰ ਦਿੱਤਾ। ਉਹਦੇ ਵੀ ਉਹ ਇਹ ਗੱਲੋਂ ਡਰਦੇ ਸੀ ਕੋਈ ਸਮਾਨ ਚੱਕ ਕੇ ਨਾ ਲੈ ਜੇ, ਉਹਦੇ ਵੀ ਚਾਰੇ ਪਾਸੇ 4 ਗੇਟ ਲਗਵਾ ਦਿੱਤੇ ਨੇ। ਪਹਿਲੀ ਵਾਰ ਉੜੀਸਾ ਦੇ ਵਿੱਚ ਬੋਰਡ ਦੇ ਉੱਤੇ ਆਪਣਾ ਗੁਰਦੁਆਰਾ ਸਾਹਿਬ ਦਾ ਨਾਮ ਪੰਜਾਬੀ ਵਿੱਚ ਲਿਖਿਆ ਗਿਆ ਜੀ। ਤੇ ਬੜੇ ਐਸੇ ਸਥਾਨ ਨੇ, ਇਹ ਇਕੱਲਾ ਅਸੀਂ ਨਹੀਂ ਕਰ ਸਕਦੇ, ਪਤਾ ਨਹੀਂ ਗੁਰੂ ਸਾਹਿਬ ਕਰਵਾ ਵੀ ਲੈਣ, ਪਰ ਲੋੜ ਹੈ। ਅੱਜ ਬੜੇ ਪਰਿਵਾਰ ਮਿਲੇ ਨੇ ਜੀ ਸਾਡੇ ਤੋਂ, ਜਦੋਂ ਬਖਸ਼ਿਸ਼ ਹੋਈ ਆ ਮਹਾਰਾਜ ਨੇ, ਬੜੇ ਪਰਿਵਾਰ ਸਾਹਮਣੇ ਆਏ ਖੁੱਲ ਕੇ, ਜਿਹੜੇ ਇਸ ਗੱਲੋਂ ਡਰ ਕੇ ਬੈਠੇ ਸੀ ਵੀ ਜੇ ਅਸੀਂ ਕਿਸੇ ਨੂੰ ਦੱਸਿਆ ਵੀ ਸਾਡੇ ਕੋਲ ਨਿਸ਼ਾਨੀ ਹੈ, ਇਹਨਾਂ ਲੋਕਾਂ ਨੇ ਚੱਕ ਕੇ ਲੈ ਜਾਣੀ ਆ। ਕਿਉਂਕਿ ਇਹ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰ ਤੋਂ ਲੈ ਕੇ ਗਏ ਨੇ ਚੱਕ ਕੇ, ਨਿਸ਼ਾਨੀਆਂ ਚੱਕੀਆਂ ਗਈਆਂ। ਤੇ ਇਹ ਹੋਇਆ, ਲੋਕ ਡਰੇ ਬੈਠੇ ਨੇ। ਮੈਂ ਬੇਨਤੀ ਕਰਾਂ, ਡਰੋ ਨਾ, ਖੁੱਲ ਕੇ ਸਾਹਮਣੇ ਆਓ, ਕੋਈ ਤੁਹਾਨੂੰ ਖਤਰਾ ਨਹੀਂ ਹੈ। ਇੱਕ ਵਾਰੀ ਨਿਸ਼ਾਨੀਆਂ ਉਜਾਗਰ ਹੋ ਜਾਣ ਦਿਓ, ਲੋਕ ਖੁਦ ਤੁਹਾਡੇ ਕੋਲ ਦਰਸ਼ਨ ਕਰਨ ਆਉਣਗੇ। ਸਾਨੂੰ ਪਤਾ ਲੱਗਿਆ ਦਿੱਲੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ ਤੇ ਉਹ ਪਈ ਹੈ ਜੀ, ਆਪਣਾ ਇੱਕ ਢਾਲ ਪਈ ਹੈ ਜੀ। ਇੱਦਾਂ ਸਾਡੀ ਖੋਜ ਚੱਲ ਰਹੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੇ ਵੰਸ਼ਜਾਂ ਤੱਕ ਅਸੀਂ ਪਹੁੰਚਣ ਲੱਗੇ ਹਾਂ ਜੀ। ਵਾਹ ਵਾਹ ਵਾਹ, ਬਹੁਤ ਵੱਡੀ ਗੱਲ ਹੈ। ਸਾਡੇ ਸਿੱਖ ਜਰਨੈਲਾਂ ਦਾ ਔਰ ਗੁਰੂ ਸਾਹਿਬਾਨਾਂ ਦਾ ਜਿਹੜਾ ਜ਼ਖੀਰਾ ਪਿਆ ਸੀ, ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਢਾਲਾਂ ਚੇਂਜ ਕੀਤੀਆਂ, ਕਿੰਨੀਆਂ ਕੁ ਢਾਲਾਂ ਵਰਤੀਆਂ, ਕਿੰਨੀਆਂ ਸੰਗਤਾਂ ਨੇ ਜਿਹੜੀਆਂ ਗੁਰੂ ਸਾਹਿਬ ਜੀ ਨੂੰ ਢਾਲਾਂ, ਸ਼ਸਤਰ, ਖੰਡੇ, ਜਿਹੜੇ ਸ੍ਰੀ ਸਾਹਿਬਾਂ ਭੇਂਟ ਕੀਤੀਆਂ,
ਕਿਤੇ ਨਾ ਕਿਤੇ ਤਾਂ ਖੋਜੀ ਸਾਹਿਬ ਉਹ ਪਈਆਂ ਨੇ। ਬਿਲਕੁਲ ਪਈਆਂ ਨੇ ਤੁਸੀਂ ਜੀ, ਹੁਣ ਬਿਲਕੁਲ। ਇਹ ਕਾਰਜ ਜਿਹੜਾ ਕਰ ਰਹੇ ਹੋ। ਸੰਗਤ ਇਹ ਵੀ ਪੁੱਛਣਾ ਚਾਹੁੰਦੀ ਸੀ, ਕਹਿੰਦੀ ਇੱਕ ਵਾਰ ਖੋਜੀ ਸਾਹਿਬ ਨੇ ਕਿਹਾ ਸੀ ਵੀ ਇੱਥੇ ਦਸ਼ਮੇਸ਼ ਪਿਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਆ, ਬਿਲਕੁਲ, ਤੇ ਉਹ ਬਿਲਕੁਲ। ਜ਼ਰੂਰ ਪੁੱਛਿਆ ਜੇ ਖੋਜੀ ਸਾਹਿਬ ਨੂੰ ਵੀ ਗੁਰੂ ਸਾਹਿਬ ਜੀ ਦੇ ਅੰਮ੍ਰਿਤਸਰ ਸਾਹਿਬ ਚਰਨ ਪਏ ਨੇ। ਐਸਾ ਪ੍ਰਚਾਰ ਹੋਇਆ ਵੀ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਨਹੀਂ ਆਉਣਾ ਕੀਤਾ, ਗੁਰੂ ਸਾਹਿਬ ਜੀ ਜ਼ਿਆਦਾ ਜਿਹੜਾ ਸਮਾਂ ਉਹ ਮਾਲਵੇ ਦੇ ਵਿੱਚ ਹੀ ਆਪਣਾ ਗੁਜ਼ਾਰਦੇ ਰਹੇ ਆ। ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਰਨ ਪਾਏ ਆ? ਵੀ ਜੀ ਮੈਂ ਨਹੀਂ ਬੋਲਦਾ, ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਬੋਲਦੀਆਂ ਨੇ। ਮੈਂ ਨਹੀਂ ਬੋਲਦਾ, ਇਹ ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਵਿੱਚ ਪਿਆ ਇਤਿਹਾਸ ਬੋਲਦਾ। ਕੱਲੀ ਕੱਲੀ ਕਿਤਾਬ ਦਾ ਰੈਫਰੈਂਸ ਦਿੱਤਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ। ਅਸੀਂ ਨਹੀਂ ਬੋਲਦੇ ਇਹ, ਮੈਂ ਆਪਣੇ ਵੱਲੋਂ ਗੱਲ ਨਹੀਂ ਕੀਤੀ। ਅਸੀਂ ਉਸ ਕਿਤਾਬਾਂ ਨੂੰ ਲੈ ਕੇ ਉਸ ਦੇ ਬੇਸਿਸ ਤੇ ਅਸੀਂ ਉੱਥੇ ਪਹੁੰਚ ਕੇ ਰਿਸਰਚ ਸ਼ੁਰੂ ਕੀਤੀ ਹੈ। ਉੱਥੇ ਪਹੁੰਚੇ ਹਾਂ ਜੀ, ਉਹ ਜਗ੍ਹਾ ਦੇ ਕੋਲ ਅਸੀਂ ਬਹੁਤ ਨੇੜੇ ਪਹੁੰਚ ਰਹੇ ਹਾਂ। ਸਾਨੂੰ ਕਈ ਵੀਰ ਸਾਹਮਣੇ ਆਏ ਨੇ, ਭਾਈ ਸਾਹਿਬ, ਖੋਜੀ ਸਾਹਿਬ ਜੀ, ਅਸੀਂ ਤੁਹਾਨੂੰ ਦੱਸਣ ਲਈ ਤਿਆਰ ਹਾਂ। ਪਰ ਅਫਸੋਸ ਇਹ ਹੈ ਕਿ ਗਲਿਆਰਾ ਵੱਡਾ ਕਰਨ ਦੇ ਨਾਮ ਤੇ ਬਿਲਡਿੰਗਾਂ ਢਾਹ ਦਿੱਤੀਆਂ ਨੇ। ਸ਼ਾਇਦ ਹੋ ਸਕਦਾ ਉਹ ਬਿਲਡਿੰਗ ਵੀ ਢਾਹ ਦਿੱਤੀ ਹੋਵੇ ਜੋ ਇੱਥੇ ਗੁਰੂ ਸਾਹਿਬ ਜੀ ਆਏ ਸੀ, ਕਿਉਂਕਿ ਗੁਰੂ ਸਾਹਿਬ ਜੀ ਜੰਮੂ ਵਾਲੀ ਸਾਈਡ ਤੇ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇੱਕ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਇੱਕ ਨਾਹਨ ਦਾ ਰਾਜਾ ਹੋਇਆ, ਇੱਕ ਰਾਜਾ ਹੋਇਆ ਜਿਸ ਨੇ ਗੁਰੂ ਸਾਹਿਬ ਜੀ ਦੀ ਮਦਦ ਵੀ ਕੀਤੀ ਹੈ ਇਸ ਪਾਸੇ ਜੰਮੂ ਵਾਲੀ ਸਾਈਡ ਤੇ। ਉੱਥੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਿਕਰ ਮਿਲਦਾ ਗਏ ਨੇ। ਹੋ ਸਕਦਾ ਉਸ ਪਾਸੇ ਆ ਸਕਦੇ ਹੋਣ, ਲੇਕਿਨ ਸਾਡੀ ਖੋਜ ਜਾਰੀ ਹੈ ਜੀ। ਕਈ ਵੀਰ ਨਗਾਰੇ ਬਾਰੇ ਪੁੱਛਦੇ ਨੇ ਵੀ ਰਣਜੀਤ ਨਗਾਰੇ ਦਾ ਕੀ ਬਣਿਆ, ਉਹਦੀ ਵੀ ਖੋਜ ਜਾਰੀ ਹੈ। ਸਾਡੇ ਕੋਲ 2 ਪਰਮਿਸ਼ਨਾਂ ਆ ਗਈਆਂ ਨੇ। ਇਹ ਪਰਮਿਸ਼ਨ ਨਹੀਂ ਦਿੱਤੀ ਵੀ ਉੱਥੋਂ ਪੱਟੋ। ਮੰਨ ਲਓ ਅਸੀਂ ਬਿਲਡਿੰਗ ਅੱਜ ਅਸੀਂ ਪੱਟਣਾ ਸ਼ੁਰੂ ਕਰਦੇ ਹਾਂ, ਮਸਜਿਦ ਗਿਰ ਜਾਂਦੀ ਆ, ਉਹਦਾ ਕੌਣ ਜ਼ਿੰਮੇਵਾਰ ਹੋਏਗਾ? ਕਿਸੇ ਦੀ ਕੋਠੀ ਦੇ ਥੱਲੇ ਸੁਰੰਗ ਨਿਕਲਦੀਆਂ ਸੁਰੰਗਾਂ ਨੇ, ਕਿਸੇ 2 ਕਰੋੜ ਦੀ ਕੋਠੀ ਢਹਿ ਜਾਂਦੀ ਆ, ਮੈਂ ਪੱਲੋਂ ਕਿੱਥੋਂ ਦੇਵਾਂਗਾ? ਇਸ ਕਰਕੇ ਅਸੀਂ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਅੱਗੇ ਆਵੇ, ਨਿਤਾਰਾ ਕਰੇ। ਅਸੀਂ ਖੜਨ ਨਹੀਂ ਤਿਆਰ ਹਾਂ, ਨਿਤਾਰਾ ਕਰੇ। ਜੇ ਕੁਝ ਉੱਥੇ ਹੈ ਸਾਹਮਣੇ ਆ ਜੇ, ਜੇ ਨਹੀਂ ਹੈ ਤਾਂ ਉਹ ਉਜਾਗਰ ਹੋ ਜੇ ਵੀ ਬਈ ਨਹੀਂ, ਰਣਜੀਤ ਨਗਾਰਾ ਇੱਥੇ ਨਹੀਂ, ਕਿਤੇ ਹੋਰ ਲੱਭਣ ਦੀ ਕੋਸ਼ਿਸ਼ ਕਰੀਏ। ਸਾਡੀ ਸਰਮੋਰ ਜਥੇਬੰਦੀ ਹੈ ਨਾ ਐਸਜੀਪੀਸੀ, ਉਹ ਤੁਹਾਡਾ ਸਾਥ ਦੇਵੇ। ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ, ਜਿਹੜਾ ਬਹੁਤ ਵੱਡੀਆਂ ਟੀਮਾਂ ਕਾਰਜ ਕਰਨ ਵਾਲੀਆਂ। ਉੱਥੇ ਭਗਵਾਨ ਸਿੰਘ ਖੋਜੀ ਇਕੱਲਾ ਲੱਗਾ ਹੋਇਆ, ਤੇ ਇੱਥੇ ਕੀ ਐਸਜੀਪੀਸੀ ਦਾ ਤੁਹਾਨੂੰ ਸਾਥ ਪੂਰਨ ਤੌਰ ਤੇ ਹੈ ਜਾਂ ਨਹੀਂ ਹੈ? ਜੇ ਕਮਰੇ ਦੇ ਦੇਣ ਉਹੀ ਚੰਗੀ ਗੱਲ ਹੈ ਜੀ। ਸਾਨੂੰ ਤਾਂ ਕਮਰੇ ਵੀ ਕਿਰਾਏ ਤੇ ਲੈਣੇ ਪੈਂਦੇ ਨੇ, ਕਈ ਵਾਰ ਪੈਸੇ ਜੇਬ 'ਚ ਨਹੀਂ ਹੁੰਦੇ। ਸਿਰਫ ਸਾਨੂੰ ਕਮਰੇ ਹੀ ਦੇ ਦੇਣ, ਹੋਰ ਤਾਂ ਕੁਝ ਭਾਲਦੇ ਨਹੀਂ। ਜੇ ਇਹ ਮਾਣ ਲੈ ਲੈਣ ਵੀ ਖੜ ਜਾਣ ਨਾਲ, ਮਾਣ ਲੈ ਲੈਣ, ਤਾਂ ਇਹ ਮਾਣ ਉਹਨਾਂ ਨੂੰ ਮਿਲ ਜੂਗਾ। ਸੋਭਾ ਤਾਂ ਉਹਨਾਂ ਦੀ ਵੀ ਸੋਭਾ ਹੁੰਦੀ ਹੈ, ਸੋਭਾ ਉਹਨਾਂ ਦੀ ਹੋਏਗੀ। ਪਰ ਅਸੀਂ ਬੇਨਤੀ ਕਰਦੇ ਹਾਂ ਐਸਜੀਪੀਸੀ ਦੇ ਪ੍ਰਬੰਧਕਾਂ ਨੂੰ, ਖਾਸ ਕਰਕੇ ਮੈਨੇਜਰਾਂ ਨੂੰ, ਤੇ ਜਿਹੜੇ ਮੈਨੇਜਮੈਂਟ ਕਰਦੇ ਨੇ ਕਮਰਿਆਂ ਦੀ, ਭਾਈ ਜਿਹੜੇ ਐਵੇਂ ਦੇ ਇਤਿਹਾਸਕਾਰ ਸਾਡੇ ਬਹੁਤ ਸਤਿਕਾਰਤ ਹਸਤੀਆਂ ਹੁੰਦੀਆਂ ਨੇ, ਜਿਹੜੇ ਧਰਮ ਵਾਸਤੇ ਕੰਮ ਕਰਦੇ ਆ, ਉਹਨਾਂ ਤੋਂ ਕਿਰਪਾ ਕਰਕੇ ਰਾਤ ਰਹਿਣ ਵਾਸਤੇ ਜਿਹੜੇ ਤੁਸੀਂ ਪੈਸੇ ਵਸੂਲ ਕਰਦੇ ਹੋ, ਉਹ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਨਾ ਕਰਿਆ ਕਰੋ। ਬਾਕੀ ਸਹਿਯੋਗ ਤਾਂ ਖੋਜੀ ਸਾਹਿਬ ਨੇ ਦੱਸ ਦਿੱਤਾ ਵੀ ਜਿੰਨਾ ਕੁ ਤੁਹਾਡਾ ਸਹਿਯੋਗ ਰਿਹਾ, ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਹੋਰ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਕਿੰਨਾ ਕੁ? ਬਿਲਕੁਲ ਕੁਝ ਹੈਗੇ। ਗਲੋਬਲ ਸਿੱਖ ਵਿਜ਼ਨ ਲੰਡਨ ਤੋਂ ਸਾਡੇ ਨਾਲ ਖੜੇ ਨੇ ਜੀ, ਮੋਢੇ ਨਾਲ ਮੋਢਾ। ਮੈਂ ਇੱਕ ਐਸੇ ਕੇਸ ਵਿੱਚ ਫਸ ਗਿਆ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਲੱਭਣ ਦੀ ਕੋਸ਼ਿਸ਼ ਕੀਤੀ, ਜਗ੍ਹਾ ਤੱਕ ਪਹੁੰਚ ਵੀ ਗਿਆ, ਪੂਰੇ ਪਿੰਡ ਨੇ ਘੇਰਾ ਪਾ ਲਿਆ। WhatsApp ਕਾਲ ਕੀਤੀ ਸੀ ਨੇ ਗਲੋਬਲ ਸਿੱਖ ਵਿਜ਼ਨ ਲੰਡਨ ਦੇ ਵਿੱਚ, ਤਾਂ ਉਹਨਾਂ ਨੇ ਨਾਲ ਦੀ ਨਾਲ ਚਾਰੇ ਪਾਸੇ ਫੋਨ ਕਰਵਾ ਕੇ ਸਾਡੇ ਥਾਣੇ ਪਹੁੰਚਣ ਤੋਂ ਪਹਿਲਾਂ ਸਾਨੂੰ ਬਾਹਰ ਕਢਵਾ ਦਿੱਤਾ। ਤੇ ਇਦਾਂ ਹੀ ਨਿਊਜ਼ੀਲੈਂਡ ਦੇ ਵਿੱਚ ਖਾਲਸਾ ਫਾਊਂਡੇਸ਼ਨ ਹੈ, ਉਹ ਨੌਜਵਾਨ ਸਾਡੇ ਨਾਲ ਖੜੇ ਨੇ। ਤੇ ਹੋਰ ਜੇ ਸੰਸਥਾਵਾਂ ਨਾਲ ਖੜ ਜਾਂਦੀਆਂ ਨੇ, ਤੇ ਸਾਡੇ ਨਾਲ ਰਣਜੀਤ ਸਿੰਘ ਜੀ ਨੇ ਪੂਨੇ ਤੋਂ ਨੇ ਰਣਜੀਤ ਸਿੰਘ ਜੀ ਅਰੋੜਾ, ਔਰ ਜਿੰਨਾ ਇਤਿਹਾਸ ਦੱਸਦੇ ਨੇ ਖੋਜਿਆ, ਬਹੁਤ ਵੱਡੀ ਗੱਲ ਆ ਜੀ ਇਹ। ਤੇ ਖੁਜਾਇਆ ਮਹਾਰਾਜ ਨੇ ਉਸ ਨੂੰ ਹਿੰਦੀ, ਪੰਜਾਬੀ, ਇੰਗਲਿਸ਼ ਵਿੱਚ 3 ਭਾਸ਼ਾ ਦੇ ਵਿੱਚ ਲਿਖ ਕੇ arsh.blog ਤੇ ਪਾ ਦਿੱਤਾ ਵਿਦ ਵੀਡੀਓ। ਅਗਰ ਕੋਈ ਪੜ੍ਹਨਾ ਚਾਹੁੰਦਾ, ਵੀ ਦੇਖੋ ਪੰਜਾਬੀ ਸਾਨੂੰ ਨਹੀਂ ਆਉਂਦੀ, ਸਾਨੂੰ ਹਿੰਦੀ ਆਉਂਦੀ ਹੈ, ਹਿੰਦੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਪੂਰਨ ਜੀਵਨ ਮਿਲਣਾ, ਉਹ ਰਣਜੀਤ ਸਿੰਘ ਅਰਸ਼ ਦੀ ਬਹੁਤ ਵੱਡੀ ਮਿਹਨਤ ਹੈ ਜਿਹੜੀ ਇਹਨਾਂ ਨੇ arsh.blog ਤੇ ਪਾ ਦਿੱਤਾ ਹੈ ਕਿ ਅਗਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਕੱਲਾ ਜੀਵਨ ਜਿਹੜਾ ਹੈ ਉਹ ਵੀਡੀਓ ਦੇ ਨਾਲ ਵੇਖਣਾ, ਪੜ੍ਹਨਾ ਚਾਹੁੰਦੇ ਹੋ, ਈਵਨ ਇੱਥੇ ਤੱਕ ਉਹ ਇੱਦਾਂ ਦੀ ਕਿ ਇੰਗਲਿਸ਼ ਵਿੱਚ ਲਿਖਿਆ ਗਿਆ, ਅਗਰ ਉਹਨੂੰ ਕਾਪੀ ਕਰਕੇ ਕਿਸੇ ਵੀ ਮਲਟੀ ਲੈਂਗੁਏਜ ਦੇ ਵਿੱਚ ਤੁਸੀਂ ਓਪਨ ਕਰੋਗੇ ਤਾਂ ਤੁਹਾਨੂੰ ਹਰ ਭਾਸ਼ਾ ਦੇ ਵਿੱਚ ਇਤਿਹਾਸ ਮਿਲ ਜਾਏਗਾ। ਬਿਲਕੁਲ ਜੀ, ਬਹੁਤ ਵੱਡੀ ਸੇਵਾ ਜੀ, ਦਿਲ ਦੀਆਂ ਗਹਿਰਾਈਆਂ ਤੁਹਾਡਾ ਧੰਨਵਾਦ ਹੈ ਜੀ। ਸੰਗਤ ਤੁਹਾਨੂੰ ਵੀ ਜਾਣਨਾ ਚਾਹੁੰਦੀ ਹੈ। ਸਾਡੇ ਨਾਲ ਹੀ ਜੀ ਭਾਈ ਦਿਆਲਾ ਜੀ ਦੇ ਵੰਸ਼ਜ, ਹਾਂਜੀ, ਇਹ ਵੀ ਸਾਡੇ ਨਾਲ ਹੀ। ਹਾਂਜੀ, ਕੀ ਕਹਿਣਾ ਚਾਹੁੰਦੇ ਗੁਰੂ ਕੀਆਂ ਸੰਗਤਾਂ ਨੂੰ? ਇੱਥੇ ਵਿਚਾਰ ਚੱਲ ਰਹੀ ਹੈ, ਖੋਜੀ ਜੀ ਨੇ ਜੋ ਵੀ ਉਦਮ ਕੀਤਾ, ਮਾਲਕ ਜੀ ਨੇ ਉਦਮ ਦਿੱਤਾ, ਤੇ ਇਹ ਅਸਥਾਨ ਰੱਬ ਨੇ ਜਨਤਕ ਕਰ ਰਹੇ। ਇਹ ਜੋ ਉਦਮ ਕਰ ਰਹੇ ਹੈ, ਇੱਕ ਸਮੇਂ ਦੀ ਖੋਜ ਔਰ ਸਮੇਂ ਦੀ ਲੋੜ
ਜੀ। ਇਹ ਸਮੇਂ ਦੀ ਐਸੀ ਲੋੜ ਹੈ ਜਿੱਥੇ ਅਸੀਂ ਤਹਿ ਤੱਕ ਇਤਿਹਾਸ ਦੇ ਥੱਲੇ ਜਾਂਦੇ ਆ, ਡੂੰਘਾਈ ਤੱਕ ਜਾਂਦੇ ਆ, ਤੇ ਸਾਨੂੰ ਉਹ ਚੀਜ਼ ਉੱਥੇ ਧਰਾਤਲ ਵਿੱਚ ਨਹੀਂ ਮਿਲਦੀ। ਜੀ। ਇਹਨਾਂ ਨੇ ਉਹ ਧਰਾਤਲ ਦੇ ਵਿੱਚ ਜਾ ਕੇ ਇਤਿਹਾਸ ਨੂੰ ਪੜ੍ਹ ਕੇ ਖੋਜ ਕੇ ਉਹ ਚੀਜ਼ ਨੂੰ ਸਾਹਮਣੇ ਲਿਆ ਕੇ ਪੰਥ ਦੀ ਝੋਲੀ ਵਿੱਚ ਪਾਇਆ, ਔਰ ਉਸ ਨੂੰ ਲਿਖਾ ਕੇ ਫਿਰ ਉਸ ਭਾਸ਼ਾ ਦੇ ਵਿੱਚ ਡਿਜੀਟਲ ਇੰਡੀਆ ਦੇ ਰਾਹੀਂ ਉਹ ਤੁਹਾਡੇ ਸਾਹਮਣੇ ਰਣਜੀਤ ਸਿੰਘ ਅਰੋੜਾ ਜੀ, ਹਰਸ਼ ਨੇ ਜਿਹੜੇ ਇਹਨਾਂ ਨੇ ਉਹ ਇਹ ਸੇਵਾ ਰਲ ਕੇ ਕੀਤੀ ਹੈ। ਔਰ ਸੰਗਤਾਂ ਨੂੰ ਬੇਨਤੀ ਹੈ, ਅਪੀਲ ਹੈ, ਇਸ ਨੂੰ ਜ਼ਰੂਰ ਪੜ੍ਹਨ ਔਰ ਇਹਦਾ ਲਾਹਾ ਆਪ ਲੈਣ, ਆਪਦੇ ਪਰਿਵਾਰਾਂ ਨੂੰ ਦੇਣ। ਔਰ ਇਹ ਸਿੱਖ ਕੌਮ ਦੀ, ਸਿੱਖ ਪੰਥ ਦੀ ਇਹ ਉਹ ਨਵੀਂ ਖੋਜ ਹੈ ਜਿਸ ਦੀ ਸਮੇਂ ਨੂੰ ਲੋੜ ਸੀ। ਮੈਂ ਇੰਨਾ ਹੀ ਕਹਾਂਗਾ। ਰਣਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਸੰਗਤ ਤੁਹਾਨੂੰ ਵੀ ਸੁਣਨਾ ਚਾਹੁੰਦੀ, ਤੁਹਾਡੀ ਵੀ ਬਹੁਤ ਵੱਡੀ ਸੇਵਾ ਹੈ। ਇਹ ਵੀ ਇੱਕ ਸੇਵਾ, ਕੋਈ ਸੇਵਾ ਜੰਗ ਦੇ ਵਿੱਚ ਆ ਕੇ ਕਰ ਲੈਂਦਾ ਹੈ, ਕੋਈ ਗੁਰੂ ਘਰ, ਧਾਰਮਿਕ ਮੰਦਿਰ ਜਾਂ ਮਸਜਿਦ ਕਿਤੇ ਵੀ ਜਾ ਕੇ ਉੱਥੇ ਤਨ ਦੇ ਨਾਲ ਸੇਵਾ ਕਰਦਾ, ਕੋਈ ਬਾਣੀ ਪੜ੍ਹ ਕੇ ਮਨ ਨਾਲ ਗੁਰੂ ਦੀ ਸੇਵਾ ਖੁਸ਼ੀਆਂ ਲੈ ਲੈਂਦਾ। ਪਰ ਜਿਹੜੀ ਸੇਵਾ ਤੁਸੀਂ ਲਈ ਹੈ, ਤੁਹਾਡੀ ਸੇਵਾ ਵੀ ਜਿਹੜੀ ਹੈ ਨਵੇਕਲੀ ਹੈ। ਸਭ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਰਤਮਾਨ ਸਮੇਂ ਚੱਲ ਰਿਹਾ ਹੈ ਉਹ ਡਿਜੀਟਲ ਮੀਡੀਆ ਦਾ ਸਮਾਂ ਹੈਗਾ। ਔਰ ਸਾਡੇ ਸਿੱਖ ਧਰਮ ਤੇ ਅੱਜ ਸਾਰੇ ਜਿਹੜੇ ਵਿਦਵਾਨ ਨੇ ਸਾਰੇ ਅੱਛੀ ਤਰ੍ਹਾਂ ਜਾਣਦੇ ਨੇ ਕਿ ਸਾਡੇ ਇਤਿਹਾਸ ਤੋਂ ਬਹੁਤ ਤੇਜ਼ੀ ਨਾਲ ਤੋੜ ਫੋੜ ਕੇ ਔਰ ਉਹਦਾ ਸੱਤਿਆਨਾਸ਼ ਕਰਨ ਦੀ ਪੂਰੀ ਇੱਕ ਪਲਾਨਿੰਗ ਦੇ ਤਹਿਤ ਕੋਸ਼ਿਸ਼ ਕੀ ਜਾ ਰਹੀ ਹੈ। ਇਸ ਕੋਸ਼ਿਸ਼ ਤੋਂ ਜੇ ਤੁਸੀਂ ਜਵਾਬ ਦੇਣਾ ਹੈ ਤੇ ਮੈਂ ਸੋਚਣਾਗਾ ਕਿ ਡਿਜੀਟਲ ਮੀਡੀਆ ਇੱਕ ਸਭ ਤੋਂ ਵੱਡਾ ਉਹਦਾ ਸਹਾਰਾ ਹੈ। ਔਰ ਮੈਂ ਅੱਜ ਦੁਨੀਆ ਦੀ ਸਮਝੋ 770 ਕਰੋੜ ਆਬਾਦੀ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੀ ਭਾਸ਼ੀ ਲੋਕ ਨੇ, 150 ਕਰੋੜ ਦੇ ਕਰੀਬ ਜਿਹੜਾ ਹਿੰਦੀ ਭਾਸ਼ਾ ਬੋਲਦੇ, ਲਿਖਦੇ, ਪੜ੍ਹਦੇ ਔਰ ਸਮਝਦੇ ਹੈਗੇ ਨੇ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ 84 ਵਿੱਚ ਬੇਦਬੀ ਹੋਈ ਤੇ ਮੈਂ ਉਸ ਦਾ ਜਦ ਨਿਸ਼ਕਰਸ਼ ਕੱਢਿਆ ਤੇ ਮੈਨੂੰ ਇਹ ਦਿਮਾਗ ਵਿੱਚ ਆਈ ਇਹ ਗੱਲ ਕਿ ਜੇ ਅਸੀਂ ਹਿੰਦੀ ਭਾਸ਼ੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਘਰ ਘਰ ਪਹੁੰਚਾ ਦਿੰਦੇ ਤੇ ਸ਼ਾਇਦ ਸਾਨੂੰ ਇਸ ਦੁਬਿਧਾ ਵਿੱਚ ਜਾਣਾ ਨਹੀਂ ਪੈਂਦਾ ਸੀ। ਔਰ ਸਾਡੀ ਸੰਸਥਾਵਾਂ ਨੇ ਇਸ ਦੇ ਵਿੱਚ ਵਿਸ਼ੇਸ਼ ਪ੍ਰਯਤਨ ਕਰਨਾ ਚਾਹੀਦਾ ਹੈ। ਪਰ ਚਲੋ ਅਸੀਂ ਵੀ ਗੁਰੂ ਮਹਾਰਾਜ ਦੇ ਸਿੱਖ ਹਾਂ ਔਰ ਗੁਰਬਾਣੀ ਘਰ ਘਰ ਪਹੁੰਚਾਉਣ ਦੀ ਮੁਹਿੰਮ ਮੈਂ ਸਾਡੇ ਆਧਾਰ ਸਤੰਭ ਖੋਜ ਵਿਚਾਰ ਟੀਮ ਦੇ ਜਿਹੜੇ ਖੋਜੀ ਸਾਹਿਬ ਹੈਗੇ ਨੇ ਔਰ ਇਹਨਾਂ ਦੇ ਨਿਰਦੇਸ਼ਨ ਵਿੱਚ ਮੈਂ ਪੂਰਾ ਹਿੰਦੀ ਇਤਿਹਾਸ ਲਿਖਣਾ ਔਰ ਵਿਸ਼ੁੱਧ ਇਤਿਹਾਸ ਲਿਖਣੇ, ਅਸੀਂ ਪੰਥ ਪ੍ਰਮਾਣਿਤ ਲਿਖਣੇ ਆ ਤਾਂ ਕਿ ਉਸ ਦੇ ਵਿੱਚ ਕੋਈ ਤੋੜ ਫੋੜ ਨਾ ਹੈ। ਗੁਰਬਾਣੀ ਬਹੁਤ ਵਿਸ਼ੁੱਧ ਲਿਖੀ ਜਾਂਦੀ ਹੈ, ਬਹੁਤ ਅੱਛੀ ਤਰ੍ਹਾਂ ਉਸ ਤੋਂ ਜਾਂਚਾ ਪਰਖਾ ਜਾਂਦਾ ਹੈਗਾ, ਗਲਤੀਆਂ ਨਾ ਹੋਣ। ਔਰ ਅਸੀਂ ਜੋ ਮੈਸੇਜ ਸੰਗਤ ਨੂੰ ਦੇਣਾ ਚਾਹੁੰਦੇ ਹਾਂ, ਜੋ ਦੇਸ਼ ਦੁਨੀਆ ਨੂੰ ਅਸੀਂ ਮੈਸੇਜ ਗੁਰਬਾਣੀ ਦੇ ਰਾਹੀਂ ਦੇਣਾ ਚਾਹੁੰਦੇ ਹਾਂ, ਉਹ ਦੇਣ ਦੀ ਪੂਰੀ ਕੋਸ਼ਿਸ਼ ਹੈਗੀ। ਆਦਰਨੀ ਖੋਜੀ ਜੀ ਹਮੇਸ਼ਾ ਮੈਨੂੰ ਗਾਈਡ ਕਰਦੇ ਰਹਿੰਦੇ ਨੇ ਅਲੱਗ-ਅਲੱਗ ਵਿਸ਼ੇ ਤੇ। ਅਸੀਂ ਫੇਸਬੁੱਕ ਤੇ ਵੀ ਸਾਡਾ ਜਿਹੜਾ ਅਰਸ਼ ਪੇਜ ਹੈਗਾ ਔਰ ਸਾਡਾ ਖੋਜ ਵਿਚਾਰ ਪੇਜ ਹੈਗਾ, ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਔਰ ਬਹੁਤ ਅਲੱਗ-ਅਲੱਗ ਵਿਸ਼ੇ ਤੇ ਹਿੰਦੀ ਵਿੱਚ ਮੈਂ ਲੇਖ ਲਿਖਦਾ ਰਹਿੰਦਾ ਹਾਂਗਾ। ਚਲਤੇ ਕਰਕੇ ਸਾਡੀ ਜਿਹੜੀ ਸ਼੍ਰੰਖਲਾ ਹੈ ਉਹ ਬਹੁਤ ਫੇਮਸ ਹੈਗੀ ਉਸ ਦੇ ਵਿੱਚ ਔਰ ਲੱਖਾਂ ਸੰਗਤ ਉਹਦੇ ਵਿੱਚ ਜੁੜ ਰਹੀ ਹੈ ਔਰ ਸਾਰੇ ਆਪਣੇ ਵਿਚਾਰ ਵੀ ਰੱਖਦੇ ਨੇ। ਇਸ ਡਿਜੀਟਲ ਮੀਡੀਆ ਨੂੰ ਜਿਹੜਾ ਹੈ ਵਧਾਉਣਾ ਚਾਹੀਦਾ। ਇਸ ਦੇ ਵਾਸਤੇ ਸਾਡੀ ਜਿਹੜੀ ਯੰਗ ਜਨਰੇਸ਼ਨ ਹੈਗੀ, ਜਿਹੜੇ ਪੜ੍ਹੇ ਲਿਖੇ IT ਇੰਜੀਨੀਅਰ ਬੱਚੇ ਨੇ, ਉਹਨਾਂ ਨੂੰ ਜ਼ਰੂਰ ਇਸ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਹਰ ਲੈਂਗੁਏਜ ਵਿੱਚ, ਦੁਨੀਆ ਦੀ ਹਰ ਭਾਸ਼ਾ ਵਿੱਚ ਸਿੱਖ ਇਤਿਹਾਸ ਔਰ ਗੁਰਬਾਣੀ ਜਾਣ ਦੀ ਕੋਸ਼ਿਸ਼ ਹੋਣੀ ਚਾਹੀਦੀ। ਮੈਂ ਇਤਨਾ ਹੀ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ। ਦਿਲ ਦੀਆਂ ਗਹਿਰਾਈਆਂ ਤੁਹਾਡਾ ਧੰਨਵਾਦ ਖੋਜੀ ਸਾਹਿਬ ਜੀ, ਤੁਹਾਡਾ ਧੰਨਵਾਦ। ਬਹੁਤ ਵਧੀਆ ਸਰਦਾਰ ਰਣਜੀਤ ਸਿੰਘ ਜੀ ਅਰੋੜਾ ਸਾਹਿਬ ਉਹਨਾਂ ਨੇ ਕਿਹਾ ਵੀ ਸਾਡੀ ਜਨਰੇਸ਼ਨ, ਆਉਣ ਵਾਲੇ ਬੱਚੇ ਜਿਹੜੇ ਆ ਸਾਡੇ, ਉਹ ਸਿੱਖ ਇਤਿਹਾਸ ਤੋਂ ਜਾਣੂ ਹੋਣ ਤਾਂ ਹੀ ਹੋਣਗੇ ਨਾ ਜੇ ਕਿਤੇ ਨਾ ਕਿਤੇ ਉਹ ਪੰਜਾਬੀ ਦੇ ਨਾਲ ਜੁੜੇ ਰਹਿਣਗੇ। ਪੰਜਾਬੀ ਦੇ ਨਾਲੋਂ ਅੱਜ ਸਾਡੇ ਬੱਚੇ ਜਿਹੜੇ ਆ ਟੁੱਟਦੇ ਜਾ ਰਹੇ ਨੇ, ਅੰਗਰੇਜ਼ੀ ਦੇ ਕਿਤੇ ਨਾ ਕਿਤੇ ਉਹ ਉਹਨਾਂ ਦੇ ਹੱਥਾਂ ਤੇ ਉਹਨਾਂ ਦੇ ਕਲਾਵਿਆਂ ਦੇ ਵਿੱਚ ਜਾ ਰਹੇ ਨੇ। ਅੰਗਰੇਜ਼ੀ ਆਉਣੀ ਚਾਹੀਦੀ ਹੈ, ਹਿੰਦੀ ਆਉਣੀ ਚਾਹੀਦੀ ਹੈ, ਹਰ ਇੱਕ ਮਾਤ ਭਾਸ਼ਾ ਜਿਹੜੀ ਹੈ ਵਰਲਡ ਦੀ ਭਾਸ਼ਾ ਆਉਣੀ ਚਾਹੀਦੀ ਹੈ। ਪਰ ਆਪਣੀ ਜਨਮ ਮਾਂ ਜਿਹੜੀ ਸਾਡੀ ਪੰਜਾਬੀ ਹੈ ਉਹਨੂੰ ਨਹੀਂ ਸਾਨੂੰ ਵਿਸਾਰਨਾ ਚਾਹੀਦਾ। ਜਿਵੇਂ ਸਰਦਾਰ ਰਣਜੀਤ ਸਿੰਘ ਹੁਣਾਂ ਨੇ ਕਿਹਾ ਵੀ ਸਾਡੀ ਪੰਜਾਬੀ ਔਰ ਸਿੱਖ ਇਤਿਹਾਸ ਜਿੰਨਾ ਵੀ ਹੈ ਸਾਡਾ, ਸਾਰਾ ਹਿੰਦੀ 'ਚ ਵੀ ਹੋਵੇ, ਇੰਗਲਿਸ਼ ਵਿੱਚ ਵੀ ਹੋਵੇ, ਉਰਦੂ ਵਿੱਚ ਹੋਵੇ, ਫਾਰਸੀ ਵਿੱਚ ਹੋਵੇ, ਹਰ ਇੱਕ ਭਾਸ਼ਾਵਾਂ ਵਿੱਚ ਹੋਵੇ, ਤਾਂ ਕਿ ਹਰ ਇੱਕ ਜਿਹੜਾ ਹੈ ਪ੍ਰਾਣੀ ਜਿਹੜਾ ਉਹ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜ੍ਹ ਕੇ ਇਹ ਸਿੱਖਿਆ ਲੈ ਸਕੇ ਤੇ ਇਸ ਕੁਰਬਾਨੀਆਂ ਤੋਂ ਜਾਣੂ ਹੋ ਸਕੇ। ਸਾਨੂੰ ਅੱਜ ਸਮਝਣ ਤੇ ਜਾਣਨ ਦੀ ਲੋੜ ਹੈ। ਬੱਚਿਆਂ ਨੂੰ ਸਾਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਲੋੜ ਹੈ। ਤਾਂ ਸਾਡੀ ਹੋਂਦ ਜਿਹੜੀ ਹੈ ਉਹ ਬਚੀ ਰਹੇਗੀ, ਤਾਂ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਹੋਈਆਂ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।